ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ, ਜੇ ਅਨ ਦਿਨ ਹਰ ਲਿਵ ਲਾਏ। ਸਤਿਗੁਰ ਪੁੱਛੈ ਸਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ। ਹਰ ਗੁਣ ਗਾਵੈ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਐ, ਜੇ ਅਨ ਦਿਨ ਹਰ ਨਾਮ ਧਿਆਏ। ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਐ, ਜੇ ਅਨ ਦਿਨ ਹਰ ਨਾਮ ਧਿਆਏ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ, ਜੇ ਅਨ ਦਿਨ ਹਰ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗੋਜਰੀ ਰਾਗ ਦੀ ਵਾਰ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 9 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 10ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਕੋਈ ਬ੍ਰਾਹਮਣ ਆਇਆ ਹੈ। ਜਿਵੇਂ ਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਬੇਣੀ ਨਾਮ ਕਰਕੇ ਪੰਡਤ ਸਤਿਗੁਰੂ ਦੇ ਨਾਲ ਚਰਚਾ ਕਰਨ ਵਾਸਤੇ ਆਇਆ। ਉਸਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅਸੀਂ ਬ੍ਰਾਹਮਣ ਹਾਂ, ਅਸੀਂ ਸਭ ਤੋਂ ਉੱਚੇ ਹਾਂ, ਅਸੀਂ ਜਗਤ ਦੇ ਗੁਰੂ ਵੀ ਹਾਂ, ਪਰ ਸਾਨੂੰ ਕਿਰਪਾ ਕਰਕੇ ਤੁਸੀਂ ਇਹ ਦੱਸੋ, ਗੁਰੂ ਘਰ ਦੇ ਅੰਦਰ ਬ੍ਰਾਹਮਣਾਂ ਦਾ ਸਤਿਕਾਰ ਕਿਉਂ ਨਹੀਂ ਕੀਤਾ ਜਾਂਦਾ? ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਜਵਾਬ ਦੇ ਵਿੱਚ ਆਖਿਆ, ਸਾ ਜਾਤ ਸਾ ਪਤ ਹੈ ਜਿਹੀ ਕਰਮ ਕਮਾਈ। ਜਾਤ ਦਾ ਸੰਬੰਧ ਜਨਮ ਦੇ ਨਾਲ ਨਹੀਂ, ਕਰਮ ਦੇ ਨਾਲ ਹੁੰਦਾ ਹੈ।
ਮਨੁੱਖ ਜਿਹੋ ਜਿਹੇ ਚੰਗੇ ਮਾੜੇ ਕਰਮ ਕਰਦਾ ਹੈ, ਉਹ ਜੀ ਉਹਦੀ ਜਾਤ ਪਾਤ ਬਣ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੇ ਬ੍ਰਾਹਮਣਾਂ ਦੇ ਘਰ ਪੈਦਾ ਹੋ ਕੇ ਕਿਸੇ ਉੱਚੀ ਕੁਲ ਦੇ ਅੰਦਰ ਜਨਮ ਲੈ ਕੇ ਜੇ ਕੋਈ ਮਨੁੱਖ ਕੰਮ ਚੰਡਾਲਾਂ ਵਾਲੇ ਕਰੇਗਾ ਤੇ ਉਸ ਨੂੰ ਚੰਡਾਲ ਹੀ ਆਖਿਆ ਜਾ ਸਕਦਾ ਹੈ। ਜੇ ਕੋਈ ਚੰਡਾਲਾਂ ਦੇ ਘਰ ਪੈਦਾ ਹੋ ਕੇ ਧਰਮ ਕਰਮ ਕਰੇਗਾ ਤੇ ਉਸ ਨੂੰ ਬ੍ਰਾਹਮਣ ਆਖਿਆ ਜਾ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਅਸਲੀ ਬ੍ਰਾਹਮਣ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਹਦਾ ਬਹੁਤ ਸੋਹਣਾ ਨਿਰਣਾ ਕੀਤਾ ਹੈ। ਇੱਕ ਪ੍ਰਾਚੀਨ ਹਿੰਦੂ ਮਤ ਦੇ ਧਰਮ ਗ੍ਰੰਥਾਂ ਦੇ ਵਿੱਚ ਵੀ ਸ਼ਲੋਕ ਆਉਂਦਾ ਹੈ, ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ, ਵੇਦ ਪਾਠੀ ਵਿਭੇਦ ਵਿਪਰਾ ਬ੍ਰਹਮ ਜਣੰਤੀ ਤੀ ਬ੍ਰਾਹਮਣਾ। ਅਸਲੀ ਬ੍ਰਾਹਮਣ ਸੰਗਿਆ ਬ੍ਰਹਮ ਗਿਆਨੀ ਨੂੰ ਹੀ ਦਿੱਤੀ ਜਾਂਦੀ ਸੀ, ਪਰ ਹੁਣ ਤੇ ਜਾਤੀ ਅਭਿਮਾਨ ਦੇ ਵਿੱਚ ਹਰ ਇੱਕ ਬ੍ਰਾਹਮਣ ਆਪਣੇ ਆਪ ਨੂੰ ਬ੍ਰਹਮ ਗਿਆਨੀ ਮੰਨਣ ਲੱਗ ਪਿਆ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਐਸੇ ਲੋਕਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ, ਜੇ ਅਨ ਦਿਨ ਹਰ ਲਿਵ ਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬ੍ਰਾਹਮਣ ਕੌਣ ਹੈ? ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ। ਜਿਹੜਾ ਬ੍ਰਹਮ ਨੂੰ ਬਿੰਦੇ ਦਾ ਅਰਥ ਹੈ ਜਾਣ ਲਵੇ। ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਵੇਦਾਂਤੀ ਲੋਕ ਉਸ ਅਕਾਲ ਪੁਰਖ ਨੂੰ ਬ੍ਰਹਮ ਆਖਦੇ ਹਨ। ਹਜ਼ੂਰ ਕਹਿੰਦੇ ਨੇ ਬ੍ਰਹਮ ਬਿੰਦੇ। ਬ੍ਰਹਮ ਸ਼ਬਦ ਦਾ ਅੱਖਰੀ ਅਰਥ ਹੈ ਵਿਆਪਕ। ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ। ਇਸ ਲਈ ਜਿਹੜਾ ਉਸ ਬ੍ਰਹਮ ਨੂੰ ਬਿੰਦੇ ਜਾਣ ਲਵੇ ਉਹੀ ਅਸਲੀ ਬ੍ਰਾਹਮਣ ਆਖਿਆ ਜਾਂਦਾ ਹੈ। ਤੇ ਬ੍ਰਹਮ ਨੂੰ ਕੌਣ ਜਾਣਦਾ ਹੈ? ਜੇ ਅੰਦਨ ਹਰ ਲਿਵ ਲਾਈ। ਜਿਹੜਾ ਦਿਨ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਤੇ ਉਹਦੇ ਚਰਨਾਂ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਦਾ ਹੈ ਤੇ ਉਸੇ ਨੂੰ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਤਿਗੁਰ ਪੁੱਛੈ ਸਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ। ਅਸਲੀ ਬ੍ਰਾਹਮਣ ਨੂੰ ਚਾਹੀਦਾ ਹੈ ਪਹਿਲਾਂ ਉਹ ਸਤਿਗੁਰੂ ਦੀ ਸ਼ਰਨ ਵਿੱਚ ਆਵੇ। ਸਤਿਗੁਰ ਪੁੱਛੈ ਤੇ ਆ ਕੇ ਸਤਿਗੁਰੂ ਨੂੰ ਉਪਦੇਸ਼ ਪੁੱਛੇ। ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੇ, ਮਹਾਰਾਜ ਮੈਨੂੰ ਧਰਮ ਦਾ ਉਪਦੇਸ਼ ਦਿਓ। ਸੱਚ ਸੰਜਮ ਕਮਾਵੇ। ਫਿਰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਗੁਰਮੁਖਾ ਤੂੰ ਸੱਚ ਬੋਲਣਾ ਤੇ ਨਾਲ ਸੰਜਮ ਵੀ ਰੱਖਣਾ। ਸੱਚਾ ਨਾਮ ਇੱਕ ਦਵਾਈ ਹੈ, ਉਹਦਾ ਪਰਹੇਜ਼ ਹੈ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਵਿਕਾਰਾਂ ਨੂੰ ਛੱਡਣਾ, ਪਾਪਾਂ ਨੂੰ ਛੱਡਣਾ, ਗੁਨਾਹਾਂ ਨੂੰ ਛੱਡਣਾ, ਨਸ਼ਿਆਂ ਵਿਸ਼ਿਆਂ ਨੂੰ ਛੱਡਣਾ। ਤੇ ਜਿਹੜਾ ਮਨੁੱਖ ਸਤਿਗੁਰੂ ਨੂੰ ਪੁੱਛ ਕੇ ਸੱਚੇ ਨਾਮ ਦੀ ਕਮਾਈ ਕਰਦਾ ਹੈ ਤੇ ਨਾਲ ਸੱਚਾ ਹੀ ਸੰਜਮ, ਇਹ ਨਿਯਮ ਇੰਦਰੀਆਂ ਦਾ ਦਮਨ ਰੂਪ ਧਾਰਨ ਕਰਦਾ ਹੈ, ਹਉਮੈ ਰੋਗ ਤਿਸ ਜਾਏ। ਤੇ ਫਿਰ ਉਹਦਾ ਹਉਮੈ ਦਾ ਰੋਗ ਚਲਿਆ ਜਾਂਦਾ ਹੈ। ਹਰ ਗੁਣ ਗਾਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਫਿਰ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਵਾਹਿਗੁਰੂ ਦੇ ਗੁਣਾਂ ਨੂੰ ਸੰਗ੍ਰਹਿ ਆਪਣੇ ਹਿਰਦੇ ਵਿੱਚ ਇਕੱਤਰ ਵੀ ਕਰਦਾ ਹੈ। ਭਾਵ ਜਿੱਥੇ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਉੱਥੇ ਦੈਵੀ ਗੁਣਾਂ ਨੂੰ ਆਪਣੇ ਅੰਦਰ ਵੀ ਧਾਰਨ ਕਰਦਾ। ਜੋਤੀ ਜੋਤ ਮਿਲਾਏ। ਫਿਰ ਉਹ ਆਪਣੀ ਜੋਤ ਆਤਮਾ ਨੂੰ ਉਸ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ ਹੈ, ਜਿਸ ਦੀ ਜੋਤ
ਉਸ ਪਰਮ ਜੋਤ ਵਿੱਚ ਲੀਨ ਹੋ ਜਾਵੇ, ਉਹੀ ਅਸਲੀ ਬ੍ਰਾਹਮਣ ਹੈ, ਉਹੀ ਬ੍ਰਹਮ ਗਿਆਨੀ ਸਦਵਾ ਸਕਦਾ ਹੈ। ਇਸ ਜੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉ ਮੈਂ ਮੇਟ ਸਮਾਏ। ਹਾਜ਼ੂਰ ਕਹਿੰਦੇ ਨੇ ਇਸ ਕਲਯੁਗ ਦੇ ਅੰਦਰ ਕੋਈ ਵਿਰਲਾ ਹੀ ਬ੍ਰਹਮ ਗਿਆਨੀ ਹੋ ਸਕਦਾ ਹੈ, ਜੇ ਹਉਮੈ ਮੇਟ ਸਮਾਏ, ਜਿਹੜਾ ਹਉਮੈ ਨੂੰ ਮੇਟ ਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਵੇ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ, ਜਿਹੜਾ ਹਉਮੈ ਨੂੰ ਮੇਟ ਕੇ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਜਾਵੇ। ਉਹ ਐਸਾ ਬ੍ਰਹਮ ਗਿਆਨੀ ਕੋਈ ਵਿਰਲਾ ਹੀ ਸੰਸਾਰ ਦੇ ਵਿੱਚ ਹੋ ਸਕਦਾ ਹੈ। ਹੁਣ ਤੇ ਜਦੋਂ ਆਪਾਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਜਿੰਨੇ ਵੀ ਦੁਨੀਆ ਦੇ ਵਿੱਚ ਕੋਈ ਸੰਤ ਮਹਾਤਮਾ, ਅਨੇਕਾਂ ਧਰਮਾਂ ਦੇ ਸਾਧੂ ਮਹਾਤਮਾ ਲੋਕ ਨੇ, ਉਹਨਾਂ ਦੇ ਚੇਲੇ, ਉਹਨਾਂ ਦੇ ਅਨੁਯਾਈ, ਉਹਨਾਂ ਦੇ ਪੈਰੋਕਾਰ ਸਾਰਿਆਂ ਨੂੰ ਬ੍ਰਹਮ ਗਿਆਨੀ ਬਣਾ ਦਿੰਦੇ ਨੇ ਵੀ ਸਾਡੇ ਸੰਤਾਂ ਬ੍ਰਹਮ ਗਿਆਨੀ ਨੇ। ਪਰ ਹਜ਼ੂਰ ਕਹਿੰਦੇ ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਇਸ ਕਲਯੁਗ ਦੇ ਵਿੱਚ ਕੋਈ ਵਿਰਲਾ ਹੀ ਬ੍ਰਹਮ ਗਿਆਨੀ ਹੋ ਸਕਦਾ ਹੈ। ਇਸ ਲਈ ਜਣਾ ਖਣਾ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਹਾਂ, ਕੱਲਾ ਗਿਆਨੀ ਤੇ ਹੋ ਸਕਦਾ ਹੈ, ਕੱਲਾ ਗਿਆਨੀ ਵੀ ਬਣਨਾ ਬਹੁਤ ਔਖਾ ਹੈ। ਕਿਉਂ? ਕੱਲਾ ਗਿਆਨੀ ਬਣਨ ਵਾਸਤੇ ਵੀ ਇਹ ਅਵਸਥਾ ਧਾਰਨ ਕਰਨੀ ਪੈਂਦੀ ਹੈ। ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਅਸਲੀ ਗਿਆਨੀ ਉਹ ਹੈ ਜਿਹੜਾ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੈ। ਕਿਉਂਕਿ ਡਰਨਾ ਕਾਇਰਤਾ ਹੁੰਦੀ ਹੈ ਤੇ ਡਰਾਉਣਾ ਜ਼ੁਲਮ ਪਾਪ ਹੁੰਦਾ ਹੈ। ਇਸੇ ਲਈ ਜਿਹੜਾ ਇਹ ਪਵਿੱਤਰ ਉਪਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਹੈ, ਉਹ ਅਸਲੀ ਗਿਆਨੀ ਹੋ ਸਕਦਾ ਹੈ। ਅਥਵਾ ਆਪ ਵਿਚਾਰੇ ਸੋ ਗਿਆਨੀ ਹੋਈ, ਜਿਹੜਾ ਆਪਣੇ ਆਪੇ ਦੀ ਵਿਚਾਰ ਕਰੇ ਉਹਨੂੰ ਸਤਿਗੁਰੂ ਨੇ ਗਿਆਨੀ ਲਿਖਿਆ। ਬ੍ਰਹਮ ਗਿਆਨੀ ਹੋਣਾ ਤੇ ਬਹੁਤ ਦੂਰ ਦੀ ਗੱਲ ਹੈ, ਕੱਲਾ ਗਿਆਨੀ ਵੀ ਬਣਨਾ ਬਹੁਤ ਔਖਾ ਹੈ। ਜੇ ਹੁਣ ਵਿਚਾਰ ਕੇ ਦੇਖੀਏ, ਲੋਕ ਜਿਹੜਾ ਵੀ ਕੋਈ ਪ੍ਰਚਾਰ ਕਰੇ ਉਹਨੂੰ ਗਿਆਨੀ ਕਹਿ ਦਿੰਦੇ ਨੇ, ਕੋਈ ਕਥਾ ਕਰੇ ਉਹਨੂੰ ਵੀ ਲੋਕ ਗਿਆਨੀ ਕਹਿ ਦਿੰਦੇ ਨੇ। ਜੇ ਹੁਣ ਸਾਧਾਰਨ ਅਰਥਾਂ ਦੇ ਵਿੱਚ ਗਿਆਨੀ ਬਾਰੇ ਪੁੱਛਣਾ ਹੋਵੇ ਤਾਂ ਜਿਹੜਾ ਬਾਣੀ ਪੜ੍ਹੇ, ਬਾਣੀ ਦਾ ਪ੍ਰਚਾਰ ਕਰੇ, ਬਾਣੀ ਦੀ ਕਥਾ ਕਰੇ, ਉਹਨੂੰ ਲੋਕ ਗਿਆਨੀ ਕਹਿੰਦੇ ਨੇ। ਪਰ ਬਹੁਤੇ ਦੁਨੀਆ ਦੇ ਵਿੱਚ ਇਹੋ ਜਿਹੇ ਗਿਆਨੀ, ਇਹੋ ਜਿਹੇ ਪ੍ਰਚਾਰਕ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਤੇ ਇੱਕ ਪਾਸੇ ਪਾਠ ਵੀ ਸ਼ੁੱਧ ਨਹੀਂ ਹੋ ਸਕਦਾ। ਇਸ ਲਈ ਜਿਹੜੇ ਵੱਡੇ ਵੱਡੇ ਪ੍ਰਚਾਰਕ ਨੇ, ਗੁਰਬਾਣੀ ਦੇ ਪਾਠ ਦੇ ਪੱਖ ਤੋਂ ਉਹ ਵੀ ਅਧੂਰੇ ਨੇ। ਇੱਕ ਵਾਰੀ ਦਾਸ ਨੂੰ ਯਾਦ ਹੈ, ਸਿੰਘ ਸਭਾ ਵੱਲੋਂ ਪਾਠ ਬੋਧ ਸਮਾਗਮ ਹੋ ਰਿਹਾ ਸੀ। ਉਹਦੇ ਵਿੱਚ ਦਰਬਾਰ ਸਾਹਿਬ ਦੇ ਸਿੰਘ ਸਾਹਿਬ, ਉਸ ਵੇਲੇ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਸਿੰਘ ਜੀ ਵੀ ਸ਼ਾਮਲ ਹੋਏ ਔਰ ਪ੍ਰਬੰਧਕਾਂ ਨੇ ਸਿੰਘ ਸਾਹਿਬ ਨੂੰ ਸਤਿਕਾਰਯੋਗ ਜਾਣ ਕੇ ਆਖਿਆ ਵੀ ਅੱਜ ਸਿੰਘ ਸਾਹਿਬ ਜੀ ਪਾਠ ਕਰਨਗੇ। ਮੂਹਰੇ ਸਿਆਣੇ ਪਾਠੀ ਗ੍ਰੰਥੀ ਸਿੰਘ ਬੈਠੇ ਸਨ। ਸਿੰਘ ਸਾਹਿਬ ਪਾਠ ਕਰਨ ਲੱਗੇ ਤੇ ਉਹਨਾਂ ਦੇ ਕੋਲੋਂ ਕਈ ਉਕਾਈਆਂ ਹੋਣ ਲੱਗ ਪਈਆਂ। ਆਮ ਸਾਧਾਰਨ ਪਾਠੀ ਸਿੰਘ ਉਹਨਾਂ ਨੂੰ ਟੋਕਣ ਲੱਗੇ ਤੇ ਫਿਰ ਉਸ ਵੇਲੇ ਅਜੀਬ ਜਿਹਾ ਮਾਹੌਲ ਪੈਦਾ ਹੋਇਆ। ਫਿਰ ਅਨਾਉਂਸਮੈਂਟ ਕੀਤੀ ਗਈ ਵੀ ਸਿੰਘ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੂੰ ਵਿੱਚੋਂ ਨਾ ਟੋਕਿਆ ਜਾਵੇ ਤੇ ਬਾਅਦ ਵਿੱਚ ਇਹਨਾਂ ਨੂੰ ਦੱਸਿਆ ਜਾਵੇ ਜੋ ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਵੇ। ਕਹਿਣ ਤੋਂ ਭਾਵ ਇਹ ਵੀ ਗਿਆਨੀ ਪਾਠ ਗਿਆਨਵਾਨ ਹੋਣਾ ਵੀ ਬਹੁਤ ਔਖੀ ਗੱਲ ਹੈ। ਗੁਰਬਾਣੀ ਦਾ ਸ਼ੁੱਧ ਪਾਠ ਵੀ ਕੋਈ ਵਿਰਲਾ ਹੀ ਕਰ ਸਕਦਾ ਹੈ ਜਿਸ ਉੱਤੇ ਗੁਰੂ ਦੀ ਮਿਹਰ ਹੋਵੇ। ਇਸ ਲਈ ਕੱਲਾ ਗਿਆਨੀ ਵੀ ਬਣਨਾ ਔਖਾ ਹੈ ਤੇ ਬ੍ਰਹਮ ਗਿਆਨੀ ਹੋਣਾ ਤੇ ਹੋਰ ਵੀ ਬਹੁਤ ਔਖੀ ਗੱਲ ਹੈ। ਹਜ਼ੂਰ ਕਹਿੰਦੇ ਇਸ ਕਲਯੁਗ ਦੇ ਵਿੱਚ ਕੋਈ ਵਿਰਲਾ ਹੀ ਬ੍ਰਹਮ ਗਿਆਨੀ ਹੋ ਸਕਦਾ ਹੈ ਜੇ ਹਉਮੈ ਮੇਟ ਸਮਾਏ, ਜਿਹੜਾ ਹਉਮੈ ਨੂੰ ਮੇਟ ਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਵੇ, ਉਹ ਬ੍ਰਹਮ ਗਿਆਨੀ ਹੁੰਦਾ ਹੈ। ਇੱਕ ਕਿਸੇ ਸੱਜਣ ਨੇ ਬੜੀ ਰੌਚਕ ਜੀ ਗੱਲ ਸੁਣਾਈ। ਉਹ ਕਹਿਣ ਲੱਗਾ ਵੀ ਦੋ ਪਖੰਡੀ ਜੇ ਸੰਤ ਰਲ ਗਏ ਔਰ ਉਹ ਕਿਸੇ ਨਵੇਂ ਇਲਾਕੇ ਵਿੱਚ ਗਏ ਔਰ ਉਹਨਾਂ ਦੋਹਾਂ ਨੇ
ਇੱਕ ਥਾਂ ਤੇ ਬੈਠ ਕੇ ਮੀਟਿੰਗ ਕੀਤੀ ਕਿਸੇ ਪ੍ਰੇਮੀ ਦੇ ਘਰ। ਆਪਸ ਵਿੱਚ ਕਹਿਣ ਲੱਗੇ ਵੀ ਆਪਾਂ ਇੱਥੇ ਦੋਵੇਂ ਹੀ ਨਵੇਂ ਹਾਂ, ਨਾ ਕੋਈ ਤੈਨੂੰ ਜਾਣਦਾ ਨਾ ਹੀ ਕੋਈ ਮੈਨੂੰ ਜਾਣਦਾ। ਹੁਣ ਆਪਾਂ ਪੰਡਾਲ ਦੇ ਵਿੱਚ ਜਾਣਾ, ਲੋਕ ਉੱਥੇ ਇਕੱਠੇ ਹੋਏ ਹਨ, ਤੇ ਹੁਣ ਉੱਥੇ ਆਪਾਂ ਇਉਂ ਕਰੀਏ, ਤੂੰ ਤਾਂ ਮੈਨੂੰ ਬ੍ਰਹਮ ਗਿਆਨੀ ਬਣਾ ਦੇਵੀਂ, ਮੈਂ ਤੈਨੂੰ ਬ੍ਰਹਮ ਗਿਆਨੀ ਆਖ ਦੂੰਗਾ, ਤੇ ਦੋਹਾਂ ਦੀ ਗੱਲ ਬਣ ਜਾਵੇਗੀ। ਉਹਨਾਂ ਦੋਹਾਂ ਨੇ ਮੀਟਿੰਗ ਕੀਤੀ ਹੈ। ਕੋਈ ਸਿਆਣੀ ਗੁਰਮੁਖ ਬੀਬੀ ਉਹ ਇਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਚਲੋ ਉਦੋਂ ਤਾਂ ਕੁਝ ਨਹੀਂ ਬੋਲੀ, ਤੇ ਫਿਰ ਉਹ ਜਦੋਂ ਸਟੇਜ ਤੇ ਚਲੇ ਗਏ, ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਸੀ ਉਹ ਬੋਲਿਆ, ਬਈ ਦੇਖੋ ਤੁਹਾਡੇ ਕਿੰਨੇ ਵੱਡੇ ਭਾਗ ਨੇ, ਬਈ ਤੁਹਾਡੇ ਪਿੰਡ ਦੇ ਵਿੱਚ ਅੱਜ ਪਹਿਲੀ ਵਾਰੀ ਕੋਈ ਬ੍ਰਹਮ ਗਿਆਨੀ ਤਤ ਬੇਤਾ ਮਹਾਂਪੁਰਖ ਆਇਆ, ਔਰ ਉਹਨੇ ਮੇਥੋਂ ਬਾਅਦ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਉਸਨੇ ਉਸ ਨੂੰ ਪੱਠੇ ਪਾਏ। ਜਦੋਂ ਦੂਸਰੇ ਦੀ ਵਾਰੀ ਆਈ ਤਾਂ ਉਹਨੇ ਸਟੇਜ ਤੇ ਬੈਠਣ ਸਾਰ ਇਹ ਗੱਲ ਆਖੀ, ਦੇਖੋ ਬਾਣੀ ਵਿੱਚ ਲਿਖਿਆ ਹੋਇਆ ਹੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਅਵਸਥਾ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ। ਇਸ ਲਈ ਜਿਹੜੇ ਮਹਾਂਪੁਰਖ ਪਹਿਲਾਂ ਬੋਲ ਕੇ ਗਏ ਨੇ ਉਹ ਵੀ ਬ੍ਰਹਮ ਗਿਆਨੀ ਨੇ, ਕਿਉਂਕਿ ਉਹ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨੀ ਨੂੰ ਜਾਣ ਸਕਦਾ। ਤੇ ਉਸ ਵੇਲੇ ਉਹ ਜਿਹੜੀ ਗੁਰਮੁਖ ਬੀਬੀ ਸੀ ਉਸ ਤੋਂ ਰਿਹਾ ਨਾ ਗਿਆ, ਵੀ ਚਲੋ ਅੱਗੇ ਤਾਂ ਘਰ ਦੇ ਵਿੱਚ ਗੱਲਾਂ ਸਨ, ਹੁਣ ਸੰਗਤ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਝੂਠ ਬੋਲਣ, ਇਹ ਗੱਲ ਬਰਦਾਸ਼ਤ ਤੋਂ ਬਾਹਰ ਸੀ। ਉਸ ਬੀਬੀ ਨੇ ਸੰਗਤ ਵਿੱਚ ਖੜੇ ਹੋ ਕੇ ਇਹ ਗੱਲ ਬੜੇ ਫਖਰ ਦੇ ਨਾਲ ਤੇ ਬੜੇ ਜਬੇ ਨਾਲ ਆਖੀ। ਕਹਿਣ ਲੱਗੀ, ਸੰਗਤ ਜੀ ਇਹ ਦੋਵੇਂ ਹੀ ਪਖੰਡੀ ਨੇ, ਇਹ ਝੂਠ ਬੋਲਦੇ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਔਰ ਇਹ ਘਰੇ ਮੀਟਿੰਗ ਕਰਕੇ ਆਏ ਨੇ। ਤੂੰ ਮੈਨੂੰ ਇਹ ਗੱਲ ਆਖੀ ਮੈਂ ਤੈਨੂੰ ਬ੍ਰਹਮ ਗਿਆਨੀ ਬਣਾਉਂਗਾ, ਇਸ ਲਈ ਇਹਨਾਂ ਦੀ ਗੱਲ ਤੇ ਬਿਲਕੁਲ ਯਕੀਨ ਨਾ ਕੀਤਾ ਜਾਵੇ। ਤੇ ਸੰਗਤ ਵਿੱਚ ਅਜੀਬ ਕਿਸਮ ਦਾ ਮਾਹੌਲ ਬਣਿਆ। ਕਹਿਣ ਤੋਂ ਭਾਵ ਕਹਿਣ ਕਹਾਉਣ ਦੇ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ, ਜਿਹਦੇ ਉੱਤੇ ਵਾਹਿਗੁਰੂ ਦੀ ਮਿਹਰ ਹੋਵੇ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਇਸ ਕਲਯੁਗ ਦੇ ਵਿੱਚ ਤਾਂ ਕੋਈ ਵਿਰਲਾ ਹੀ ਬ੍ਰਹਮ ਗਿਆਨੀ ਹੋ ਸਕਦਾ ਹੈ, ਜੇ ਹਉਮੈ ਮੇਟ ਸਮਾਏ, ਜਿਹੜਾ ਹਉਮੈ ਨੂੰ ਮੇਟ ਕੇ ਤੇ ਉਸ ਵਾਹਿਗੁਰੂ ਵਿੱਚ ਅਭੇਦ ਹੋ ਜਾਵੇ। ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਐ, ਜੇ ਅੰਦਨ ਹਰ ਨਾਮ ਤੇ ਆਏ। ਲੋ ਬ੍ਰਹਮ ਗਿਆਨੀ ਦੀ ਅਵਸਥਾ ਇਹ ਹੁੰਦੀ ਹੈ ਜੇ ਅੰਦਨ ਹਰ ਨਾਮ ਤੇ ਆਏ। ਜਿਹੜਾ ਅੰਦਨ ਦਾ ਅਰਥ ਹੈ ਰਾਤ ਦਿਨ ਲਗਾਤਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਰਹਿੰਦਾ। ਇਹਦਾ ਮਤਲਬ ਇਹ ਨਹੀਂ ਕਿ ਇਹੋ ਜਿਹੇ ਵੀ ਲੋਕ ਨੇ ਉਹ ਕਹਿੰਦੇ ਬ੍ਰਹਮ ਗਿਆਨੀ ਨੂੰ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਗੁਰਬਾਣੀ ਵਿੱਚ ਪੰਕਤੀਆਂ ਆਉਂਦੀਆਂ ਨੇ, ਉਹਨਾਂ ਦਾ ਉਹ ਗਲਤ ਢੰਗ ਦੇ ਨਾਲ ਇਸਤੇਮਾਲ ਕਰਦੇ ਨੇ। ਬਾਣੀ ਵਿੱਚ ਆਇਆ ਹੈ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਪਾਇਆ ਤਾਂ ਕਰਮੈ ਨਾਸ। ਵੀ ਗਿਆਨ ਦੀ ਪ੍ਰਾਪਤੀ ਲਈ ਕਰਮਾਂ ਦਾ ਅਭਿਆਸ ਹੁੰਦਾ, ਨਿਤਨੇਮ ਕੀਤਾ ਜਾਂਦਾ, ਹੋਰ ਮਰਜ਼ਾਦਾ ਤੇ ਅਸੂਲਾਂ ਦੀ ਪਾਲਣਾ ਕੀਤੀ ਜਾਂਦੀ। ਜਦੋਂ ਗਿਆਨ ਹੀ ਪ੍ਰਾਪਤ ਹੋ ਗਿਆ ਉਸ ਤੋਂ ਬਾਅਦ ਬਾਕੀ ਕੁਛ ਕਰਨਾ ਪਿੱਛੇ ਨਹੀਂ ਰਹਿ ਜਾਂਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸਭ ਤੋਂ ਪਹਿਲੇ ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ, ਜਿਨ੍ਹਾਂ ਤੇ ਧੰਨ ਗੁਰੂ ਨਾਨਕ ਤੇ ਮਹਾਰਾਜ ਦੀ ਮਿਹਰ ਹੋਈ। ਛੋਟੀ ਉਮਰੇ ਹੀ ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ। ਦੱਸਦੇ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ, ਬਸ ਉਹ ਸਾਰਾ ਕੁਛ ਹੀ ਸਿੱਖੀ ਦਾ ਧਰਮ ਕਰਮ ਤਿਆਗ ਬੈਠੇ। ਕੁਝ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਅਰਜ਼ ਕੀਤੀ, ਕਹਿਣ ਲੱਗੇ, ਮਹਾਰਾਜ ਤੁਸੀਂ ਇਸ ਗੁਰਸਿੱਖ ਤੇ ਏਡੀ ਵੱਡੀ ਮਹਾਨ ਕਿਰਪਾ ਕੀਤੀ ਹੈ, ਬ੍ਰਹਮ ਗਿਆਨ ਦੀ ਪਦਵੀ ਬਖਸ਼ਿਸ਼ ਕਰ ਦਿੱਤੀ, ਪਰ ਇਹ ਤੇ ਸਿੱਖੀ ਦਾ ਧਰਮ ਕਰਮ ਨਿਤਨੇਮ ਹੀ ਛੱਡ ਬੈਠੇ ਨੇ। ਤਾਂ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ, ਬੜੇ ਪਿਆਰ ਨਾਲ ਸਮਝਾਉਣ ਲੱਗੇ ਕਿ ਭਾਈ ਬੁੱਢਾ ਸਾਹਿਬ ਜੀ, ਠੀਕ ਹੈ ਤੁਹਾਨੂੰ ਭਾਵੇਂ ਬ੍ਰਹਮ ਗਿਆਨ ਵੀ ਪ੍ਰਾਪਤ ਹੋ ਗਿਆ, ਪਰ ਸਿੱਖੀ ਦਾ ਨਿਤਨੇਮ, ਸਿੱਖੀ ਦਾ ਧਰਮ ਕਰਮ ਇਹ ਕਦੇ ਵੀ ਨਹੀਂ ਛੱਡਣਾ ਚਾਹੀਦਾ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਹੁਣ ਮੈਨੂੰ ਕੀ ਲੋੜ ਹੈ, ਹੁਣ ਤੇ ਜੋ ਕੁਛ ਪ੍ਰਾਪਤ ਕਰਨਾ ਸੀ ਉਸ
ਬ੍ਰਹਮ ਗਿਆਨ ਦੀ ਅਵਸਥਾ ਨੂੰ ਮੈਂ ਪ੍ਰਾਪਤ ਕਰ ਲਿਆ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਆਖਣ ਲੱਗੇ, ਬਾਬਾ ਜੀ ਹੁਣ ਤੁਹਾਨੂੰ ਭਾਵੇਂ ਲੋੜ ਨਹੀਂ, ਪਰ ਜਿਹੜੇ ਤੁਹਾਡੇ ਪੈਰੋਕਾਰ ਨੇ, ਜਿਹੜੇ ਤੁਹਾਡੇ ਸ਼ਰਧਾਲੂ ਬਣਨਗੇ, ਜਿਹੜੇ ਤੁਹਾਡੇ ਅਨੁਯਾਈ ਹੋਣਗੇ, ਉਹਨਾਂ ਦੇ ਜੀਵਨ ਦੇ ਉਧਾਰ ਤੇ ਸੁਧਾਰ ਵਾਸਤੇ ਇਹ ਜ਼ਰੂਰੀ ਹੈ ਕਿ ਤੁਸੀਂ ਵੀ ਸਿੱਖੀ ਦਾ ਧਰਮ ਕਰਮ ਨਿਤਨੇਮ ਹਮੇਸ਼ਾ ਲਈ ਧਾਰਨ ਕਰੋ। ਕਿਉਂਕਿ ਜਿੰਨੇ ਵੀ ਦੁਨੀਆ ਦੇ ਲੋਕ ਨੇ, ਕਿਸੇ ਵੀ ਸੰਤ ਮਹਾਤਮਾ ਕੋਲ ਜਾਂਦੇ ਨੇ, ਕਿਸੇ ਮਹਾਂਪੁਰਖ ਦੀ ਸੰਗਤ ਕਰਦੇ ਨੇ, ਉਹਦੇ ਜੀਵਨ ਨੂੰ ਨੇੜਿਓਂ ਹੋ ਕੇ ਤੱਕਦੇ ਨੇ। ਜਿਹੋ ਜਿਹਾ ਉਹ ਧਰਮ ਕਰਮ ਨਿਤਨੇਮ ਕਰਦੇ ਨੇ, ਤੇ ਫਿਰ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਆ ਵੀ ਆਪਾਂ ਵੀ ਉਸ ਤਰ੍ਹਾਂ ਕਰੀਏ। ਜੇ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ, ਚਲੋ ਕੁਝ ਨਾ ਕੁਝ ਜੋ ਬਚਨ ਕਹਿੰਦੇ ਨੇ ਉਹ ਤਾਂ ਮੰਨੀਏ ਨਾ। ਇਸ ਲਈ ਜ਼ਰੂਰੀ ਹੁੰਦਾ। ਇਸ ਲਈ ਬਾਬਾ ਜੀ ਭਾਵੇਂ ਤੁਹਾਨੂੰ ਹੁਣ ਲੋੜ ਨਹੀਂ ਸਿੱਖੀ ਦੇ ਧਰਮ ਕਰਮ ਨਿਤਨੇਮ ਦੀ, ਪਰ ਹੁਣ ਦੂਸਰਿਆਂ ਤੇ ਪਰਉਪਕਾਰ ਕਰਨ ਦੇ ਲਈ ਤੁਹਾਨੂੰ ਸਭ ਕੁਝ ਕਰਨਾ ਪਵੇਗਾ। ਕਿਉਂਕਿ ਸਿੱਖੀ ਦਾ ਅਸੂਲ ਹੈ, ਚਾਹੇ ਕੋਈ ਗੁਰੂ ਵੀ ਬਣ ਜਾਵੇ, ਵੈਸੇ ਸਿੱਖੀ ਵਿੱਚ ਕੋਈ ਗੁਰੂ ਬਣ ਨਹੀਂ ਸਕਦਾ। ਗੁਰੂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਚਲੋ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਨੇ, ਉਸ ਵੇਲੇ ਉਹਨਾਂ ਨੂੰ ਗੁਰੂ ਦੀ ਪਦਵੀ ਪ੍ਰਦਾਨ ਕੀਤੀ ਗਈ ਹੈ। ਭਾਵੇਂ ਕੋਈ ਗੁਰੂ ਵੀ ਬਣ ਜਾਵੇ, ਤੇ ਪਰ ਉਹਨੂੰ ਵੀ ਸਿੱਖੀ ਦੀ ਰਹਿਤ, ਪੰਜ ਕਕਾਰਾਂ ਦੀ ਰਹਿਤ ਅਤੇ ਬਾਣੀ ਦਾ ਨਿਤਨੇਮ ਉਹ ਕਦੀ ਵੀ ਨਹੀਂ ਛੱਡਣਾ ਚਾਹੀਦਾ। ਇਹ ਸਤਿਗੁਰੂ ਨੇ ਸਾਰਿਆਂ ਲਈ ਮਰਜ਼ਾਦਾ ਬਣਾਈ। ਨਿਸ਼ਾਨੇ ਸਿੱਖੀ ਪੰਜ ਹਰਪਸਤ ਕਾਫ, ਹਰਗਿਜ਼ ਨਾ ਬਾਸ਼ਦ ਅਜ਼ੀ ਪੰਜ ਮੁਆਫ, ਕੜਾ ਕਾਰ ਦੋ ਕੰਸ਼ ਕੰਗੇ ਬਿਦਾਂ ਬਿਲਾ ਕੇਚ ਹੇਸ਼ ਅਸਤ ਜੁਮਲੇ ਨਿਸ਼ਾਂ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਬ੍ਰਹਮ ਗਿਆਨੀ ਉਹ ਹੈ ਜੇ ਅੰਦਨ ਹਰ ਨਾਮ ਤੇ ਆਏ, ਜਿਹੜਾ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਰਹਿੰਦਾ। ਬ੍ਰਹਮ ਗਿਆਨੀ ਹੋ ਕੇ ਵੀ ਜਿਹੜਾ ਸਿਮਰਨ ਕਰਦਾ ਹੈ, ਸੇਵਾ ਵੀ ਕਰਦਾ ਹੈ, ਪਰਉਪਕਾਰ ਵੀ ਕਰਦਾ ਹੈ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ, ਤੇ ਉਸ ਨੂੰ ਮਿਲ ਕੇ ਪਾਈ ਹਮੇਸ਼ਾ ਲਈ ਸੁਖ ਪ੍ਰਾਪਤ ਕਰੀਦਾ ਹੈ। ਪੂਰਨ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਵੀ ਸਾਨੂੰ ਸੁਖ ਪ੍ਰਾਪਤ ਹੁੰਦਾ ਹੈ। ਮਹੱਲਾ ਤੀਜਾ। ਅੰਤਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੋਲਾਏ। ਲੋ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਕੇਵਲ ਚੁੰਚ ਗਿਆਨੀ ਨੇ, ਜਿਨ੍ਹਾਂ ਨੂੰ ਪਖੰਡੀ ਕਹਿ ਦਿਓ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ, ਹੁਣ ਉਹਨਾਂ ਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਹਨ। ਅੰਤਰ ਕਪਟ ਮਨਮੁਖ ਅਗਿਆਨੀ, ਜਿਹੜੇ ਮਨਮੁਖ ਲੋਕ ਨੇ, ਆਪ ਤੇ ਉਹ ਅਗਿਆਨੀ ਹੁੰਦੇ ਨੇ, ਉਹਨਾਂ ਨੂੰ ਕੋਈ ਸਮਝ ਨਹੀਂ ਹੁੰਦੀ। ਉਹਨਾਂ ਦੇ ਅੰਦਰ ਕਪਟ ਵੀ ਹੁੰਦਾ। ਕਪਟ ਤੋਂ ਮੁਰਾਦ ਹੈ ਕਿਸੇ ਨੂੰ ਧੋਖਾ ਦੇਣ ਦੀ ਭਾਵਨਾ, ਕਿਸੇ ਨਾਲ 420 ਕਰਨੀ, ਠੱਗੀ ਮਾਰਨੀ, ਬੇਈਮਾਨੀ ਕਰਨ ਦੀ ਜਿਹੜੀ ਭਾਵਨਾ ਹੈ, ਇਹਨੂੰ ਕਪਟ ਕਹਿੰਦੇ ਨੇ। ਉਹਨਾਂ ਦੇ ਅੰਦਰ ਕਪਟ ਹੁੰਦਾ। ਰਸਨਾ ਝੂਠ ਬੋਲਾਏ, ਫਿਰ ਉਹ ਆਪਣੀ ਰਸਨਾ ਤੋਂ ਝੂਠ ਬੋਲਦੇ ਨੇ। ਭਾਵ ਮੂੰਹ ਦੀਆਂ ਗੱਲਾਂ ਹੋਰ ਕਰਦੇ ਨੇ, ਅੰਦਰ ਉਹਨਾਂ ਦੇ ਭਾਵਨਾ ਗਲਤ ਹੁੰਦੀ ਹੈ। ਕਪਟ ਕੀਤਾ ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੈ ਸੁਭਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਗੱਲ ਯਾਦ ਰੱਖੋ, ਨਿਤ ਵੇਖੈ ਸੁਣੈ ਸੁਭਾਏ। ਉਹ ਅਕਾਲ ਪੁਰਖ ਵਾਹਿਗੁਰੂ ਹਰ ਵਿਅਕਤੀ ਦੇ ਨਾਲ ਹੋ ਕੇ ਉਹਦੇ ਹਰ ਕਰਮ ਨੂੰ ਵੇਖਦਾ ਵੀ ਹੈ, ਤੇ ਉਹਦੀ ਹਰ ਗੱਲ ਨੂੰ ਸੁਣਦਾ ਵੀ ਹੈ। ਚਾਹੇ ਉਹ ਕੋਈ ਝੂਠ ਬੋਲਦਾ ਹੈ, ਚਾਹੇ ਸੱਚ ਬੋਲਦਾ ਹੈ, ਚਾਹੇ ਕੋਈ ਬਾਣੀ ਦੀਆਂ ਗੱਲਾਂ ਕਰਦਾ ਹੈ, ਚਾਹੇ ਉਹ ਕੋਈ ਭੈੜੀਆਂ ਗੱਲਾਂ ਕਰਦਾ ਹੈ, ਤੇ ਵਾਹਿਗੁਰੂ ਸਭ ਨੂੰ ਹਮੇਸ਼ਾ ਲਈ ਵੇਖਦਾ ਤੇ ਸੁਣਦਾ ਹੈ। ਇਹ ਉਸਦਾ ਸੁਭਾਅ ਹੀ ਹੈ। ਨਿਤ ਵੇਖੈ ਸੁਣੈ ਸੁਭਾਏ, ਅਥਵਾ ਸੁਭਾਏ ਦਾ ਅਰਥ ਵੀ ਸੁਭਾਵਕ, ਭਾਵ ਸੁਤੇ ਸਿੱਧ ਹੀ। ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਭ ਨੂੰ ਵੇਖਦਾ ਵੀ ਹੈ ਤੇ ਸਭ ਨੂੰ ਸੁਣਦਾ ਵੀ ਹੈ। ਕਪਟ ਕੀਤਾ ਹਰ ਪੁਰਖ ਨਾ ਭੀਜੈ, ਜੋ ਕਿ ਮਨ ਦੇ ਵਿੱਚ ਕੋਈ ਕਪਟ ਰੱਖਦਾ ਹੈ, ਠੱਗੀ ਠੋਰੀ ਦੀ ਭਾਵਨਾ ਰੱਖਦਾ ਹੈ, ਉਹਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਕਦੇ ਵੀ ਨਹੀਂ ਪ੍ਰਸੰਨ ਹੋ ਸਕਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਚਾਹੇ ਕੋਈ ਕਿੰਨਾ ਵੀ ਪਖੰਡ ਕਰ ਲਵੇ, ਕਿੰਨਾ ਕੀਰਤਨ ਕਰ ਲਵੇ, ਰੋ ਰੋ ਕੇ ਕਿੰਨਾ ਪ੍ਰਚਾਰ ਕਰ ਲਵੇ,
ਪਰ ਜੇ ਅੰਦਰ ਕਪਟ ਹੈ, ਅੰਦਰ ਧੋਖੇ ਦੀ ਭਾਵਨਾ, ਤੇ ਕਦੇ ਰੱਬ ਖੁਸ਼ ਨਹੀਂ ਹੋ ਸਕਦਾ। ਦੂਜੇ ਪਾਏ ਜਾਏ ਜਗ ਪ੍ਰਬੁੱਧੈ, ਬਿਖ ਮਾਇਆ ਮੋਹ ਸੁਆਏ। ਦੂਜਾ ਭਾਏ ਉਸਦਾ ਆਪਣਾ ਪ੍ਰੇਮ ਦੂਜੇ ਪਾਸੇ ਮਾਇਆ ਨਾਲ ਹੁੰਦਾ, ਦੁਨੀਆ ਦੀ ਮਾਨ ਵਡਿਆਈ ਪ੍ਰਤਿਸ਼ਠਾ ਨਾਲ ਹੁੰਦਾ, ਤੇ ਜਾ ਕੇ ਸੰਸਾਰ ਨੂੰ ਸਮਝਾਉਣ ਲੱਗ ਜਾਂਦਾ। ਬਿਖ ਮਾਇਆ ਮੋਹ ਸੁਆਏ, ਜਿਹੜੀ ਬਿਖ ਦਾ ਅਰਥ ਹੈ ਵੀ ਜ਼ਹਿਰ ਮਾਇਆ ਹੈ, ਉਹਦੇ ਨਾਲ ਹੀ ਉਹਦਾ ਮੋਹ ਹੁੰਦਾ ਹੈ, ਤੇ ਉਹਦੇ ਨਾਲ ਹੀ ਸਿਵਾਏ ਉਸਦਾ ਪ੍ਰਯੋਜਨ ਹੁੰਦਾ ਹੈ। ਮਾਇਆ ਦੀ ਜ਼ਹਿਰ ਤੋਂ ਸਿਵਾਏ ਉਹਦਾ ਹੋਰ ਕੋਈ ਪ੍ਰਯੋਜਨ ਨਹੀਂ ਹੈ। ਇਤ ਕਮਾਣੈ ਸਦਾ ਦੁਖ ਪਾਵੈ, ਜੰਮੈ ਮਰੈ ਫਿਰ ਆਵੈ ਜਾਏ। ਜਿਹੜਾ ਮਨੁੱਖ ਇਤ ਕਮਾਣੈ, ਇਹੋ ਜਿਹੇ ਪਖੰਡ ਦੇ ਕੰਮ ਕਰਦਾ ਹੈ, ਉਹ ਹਮੇਸ਼ਾ ਲਈ ਦੁੱਖ ਪਾਉਂਦਾ ਹੈ। ਰਹਿਤ ਅਵਰ ਕਸ਼ ਅਵਰ ਕਮਾਵਤ, ਮਾਨੀ ਪ੍ਰੀਤ ਮੁਖੋਂ ਗੰਢ ਲਾਵਤ। ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਪੀਨ। ਅਵਰ ਉਪਦੇਸ਼ੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ। ਸੁਖਮਨੀ ਸਾਹਿਬ ਮਹੱਲਾ ਪੰਜਵਾਂ। ਹਜ਼ੂਰ ਕਹਿੰਦੇ ਨੇ ਜਿਹੜਾ ਇਹੋ ਜਿਹਾ ਪਖੰਡ ਕਰਦਾ ਹੈ, ਉਹ ਹਮੇਸ਼ਾ ਲਈ ਦੁੱਖ ਪਾਉਂਦਾ ਹੈ। ਜੰਮੈ ਮਰੈ, ਫਿਰ ਉਹ ਜੰਮਦਾ ਮਰਦਾ ਹੈ, ਤੇ ਫਿਰ ਆਵੈ ਜਾਏ, ਮੁੜ ਮੁੜ ਕੇ ਆਉਂਦਾ ਜਾਂਦਾ ਰਹਿੰਦਾ ਹੈ। ਸਹਿਸਾ ਮੂਲ ਨਾ ਚੁੱਕੇ, ਵਿੱਚ ਵਿਸ਼ਟਾ ਪਚੈ ਪਚਾਏ। ਫਿਰ ਉਹਦਾ ਸੰਸਾ ਮੂਲੋਂ ਹੀ ਬਿਲਕੁਲ ਹੀ ਨਹੀਂ ਖਤਮ ਹੋ ਸਕਦਾ। ਉਹਦੇ ਮਨ ਦੇ ਵਿੱਚੋਂ ਸੰਸਾ ਭਰਮ ਤੌਖਲਾ ਕਦੇ ਵੀ ਨਹੀਂ ਦੂਰ ਹੋ ਸਕਦਾ। ਵਿੱਚ ਵਿਸ਼ਟਾ ਪਚੈ ਪਚਾਏ, ਔਰ ਉਹ ਇੱਥੇ ਵਿਸ਼ਿਆਂ ਦੇ ਵਿਸ਼ਟੇ ਦੇ ਵਿੱਚ ਹਮੇਸ਼ਾ ਲਈ ਖਚਿਤ ਹੋਇਆ ਰਹਿੰਦਾ ਹੈ, ਤੇ ਅੱਗੇ ਜਾ ਕੇ ਮਾਤਾ ਦੇ ਗਰਭ ਦੇ ਵਿਸ਼ਟਾ ਦੇ ਵਿੱਚ ਅਥਵਾ ਉਸ ਗੰਦਗੀ ਦੇ ਨਰਕ ਦੇ ਵਿੱਚ ਜਾ ਕੇ ਆਪ ਵੀ ਸੜਦਾ ਹੈ, ਤੇ ਦੂਜਿਆਂ ਨੂੰ ਵੀ ਸੜਦਾ ਹੈ। ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ, ਤਿਸ ਗੁਰ ਕੀ ਸਿੱਖ ਸੁਣਾਏ। ਹਜ਼ੂਰ ਕਹਿੰਦੇ ਨੇ ਜਿਸ ਉਤੇ ਮੇਰਾ ਸੁਆਮੀ ਮਾਲਕ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ, ਤਿਸ ਗੁਰ ਕੀ ਸਿੱਖ ਸੁਣਾਏ। ਫਿਰ ਉਸ ਨੂੰ ਗੁਰੂ ਦੀ ਸਿੱਖਿਆ ਸੁਣਾ ਦਿੰਦਾ। ਭਾਵ ਜਿਹੜੇ ਆਪਣੇ ਆਪ ਦੇ ਵਿੱਚ ਵੱਡੇ ਬ੍ਰਹਮ ਗਿਆਨੀ ਪ੍ਰਚਾਰਕ ਬਣੇ ਹੋਏ ਨੇ, ਜਦੋਂ ਮੇਰਾ ਮਾਲਕ ਵਾਹਿਗੁਰੂ ਉਹਨਾਂ ਤੇ ਪ੍ਰਸੰਨ ਹੁੰਦਾ ਹੈ ਤੇ ਮਿਹਰ ਕਰਦਾ ਹੈ, ਫਿਰ ਉਹਨਾਂ ਨੂੰ ਗੁਰੂ ਦੀ ਸਿੱਖਿਆ ਸੁਣਾਉਂਦਾ। ਹਰ ਨਾਮ ਤੇ ਆਵੈ, ਹਰ ਨਾਮੋਂ ਗਾਵੈ, ਹਰ ਨਾਮੋਂ ਅੰਤ ਛਡਾਏ। ਫਿਰ ਉਹ ਵੀ ਬ੍ਰਹਮ ਗਿਆਨੀਆਂ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੰਦਾ। ਉਹ ਕੀ ਨੇ? ਹਰ ਨਾਮ ਤੇ ਆਵੈ, ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ, ਹਰ ਵੇਲੇ ਸਿਮਰਨ ਕਰਦਾ, ਤੇ ਨਾਲ ਹੀ ਹਰ ਨਾਮੋਂ ਗਾਵੈ, ਤੇ ਵਾਹਿਗੁਰੂ ਦੇ ਨਾਮ ਦੀ ਹੀ ਵਡਿਆਈ ਤੇ ਮਹਿਮਾ ਉਚਾਰਨ ਕਰਦਾ। ਹਰ ਨਾਮੋਂ ਅੰਤ ਛਡਾਏ, ਤੇ ਵਾਹਿਗੁਰੂ ਦਾ ਨਾਮ ਹੀ ਅੰਤ ਨੂੰ ਉਸ ਨੂੰ ਜਮਾ ਤੋਂ ਪਾਈ ਛਡਾ ਲੈਂਦਾ ਹੈ। ਭਾਵ ਨਾਮ ਜਪਣ ਵਾਲਾ ਹੀ ਅਸਲੀ ਬ੍ਰਹਮ ਗਿਆਨੀ ਹੈ। ਸੁਖਮਨੀ ਸਾਹਿਬ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਅਸ਼ਟਪਦੀ ਬ੍ਰਹਮ ਗਿਆਨੀ ਦੇ ਬਾਰੇ ਹੀ ਲਿਖੀ ਹੈ। ਉਹਦੇ ਵਿੱਚ ਪਹਿਲੇ ਸ਼ਲੋਕ ਦੇ ਵਿੱਚ ਜ਼ਿਕਰ ਕੀਤਾ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਭਾਵ ਜਿਨ੍ਹਾਂ ਦੇ ਮਨ ਸਾਚਾ ਮੁਖ ਸਾਚਾ ਸੋਏ, ਜਿਹਦੇ ਮਨ ਦੇ ਵਿੱਚ ਵੀ ਸੱਚਾ ਨਾਮ ਹੈ ਤੇ ਰਸਨਾ ਤੇ ਵੀ ਸੱਚਾ ਨਾਮ ਹੈ, ਹਰ ਨਾਮ ਤੇ ਆਵੇ, ਹਰ ਨਾਮੋਂ ਗਾਵੇ, ਤੇ ਉਹ ਅਸਲੀ ਬ੍ਰਹਮ ਗਿਆਨੀ ਹੋ ਸਕਦਾ ਹੈ। ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਜਿੰਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ। ਲੋ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਹੁਕਮ ਮਨਾ ਲਿਆ ਹੈ, ਭਾਵ ਜੋ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਦੇ ਨੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਤੇ ਪੂਰੇ ਸੰਸਾਰ, ਬਈ ਉਹੀ ਸੰਸਾਰ ਦੇ ਵਿੱਚ ਪੂਰੇ ਸੂਰੇ ਮਹਾਂਪੁਰਖ ਹਨ। ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ। ਉਹ ਆਪਣੇ ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ ਹਨ, ਪੂਰਾ ਸ਼ਬਦ ਵਿਚਾਰ, ਤੇ ਫਿਰ ਪੂਰੇ ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਦੀ ਵਿਚਾਰ ਵੀ ਕਰਦੇ ਨੇ। ਜਿੱਥੇ ਉਹ ਆਪਣੇ ਸਾਹਿਬ ਪਾਤਸ਼ਾਹ ਅਕਾਲ ਪੁਰਖ ਦੀ ਸੇਵਾ ਕਰਦੇ ਨੇ, ਉੱਥੇ ਪੂਰੇ ਸ਼ਬਦ ਦੁਆਰਾ ਉਹਦੀ ਵਿਚਾਰ ਵੀ ਕਰਦੇ ਹਨ। ਹਰ ਕੀ ਸੇਵਾ ਚਾਕਰੀ, ਸੱਚਾ ਸ਼ਬਦ ਪਿਆਰ। ਉਹ ਅਕਾਲ ਪੁਰਖ ਵਾਹਿਗੁਰੂ ਦੀ ਹੀ ਸੇਵਾ ਤੇ ਚਾਕਰੀ ਨੌਕਰੀ ਕਰਦੇ ਨੇ। ਇੱਕ ਤਾਂ ਸੇਵਾ ਹੁੰਦੀ ਜਿਹੜੀ ਨਿਸ਼ਕਾਮ ਕੀਤੀ ਜਾਵੇ, ਤੇ ਚਾਕਰੀ ਹੁੰਦੀ ਆ ਜਿਹੜੀ ਕੋਈ ਤਨਖਾਹ ਲੈ ਕੇ ਬੰਦਾ ਸੇਵਾ ਕਰੇ।
ਲਓ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਸੇਵਾ ਤੇ ਭਗਤੀ ਕਰਦੇ ਹਨ। ਅਥਵਾ ਚਾਕਰੀ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਜਿਹੜੀ ਚਾਅ ਦੇ ਨਾਲ ਸੇਵਾ ਹੋਵੇ। ਹਰ ਕੀ ਸੇਵਾ ਚਾਕਰੀ। ਉਹ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਨੇ ਤੇ ਚਾਅ ਦੇ ਨਾਲ ਭਗਤੀ ਕਰਦੇ ਹਨ। ਸੱਚਾ ਸ਼ਬਦ ਪਿਆਰ ਤੇ ਸੱਚੇ ਸ਼ਬਦ ਨਾਲ ਪਿਆਰ ਕਰਦੇ ਹਨ। ਹਰ ਕਾ ਮਹਿਲ ਤਿਨੀ ਪਾਇਆ ਜਿਨ ਹਉਮੈ ਵਿੱਚੋਂ ਮਾਰ। ਲੋ ਹਜ਼ੂਰ ਕਹਿੰਦੇ ਨੇ ਫਿਰ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਮਹਿਲ ਸੱਚਖੰਡ ਵੀ ਪ੍ਰਾਪਤ ਕਰ ਲਿਆ। ਕਿਹਨਾਂ ਨੇ? ਜਿਨ ਹਉਮੈ ਵਿੱਚੋਂ ਮਾਰ, ਜਿਨ੍ਹਾਂ ਨੇ ਨਾਮ ਦੀ ਕਮਾਈ ਕਰਕੇ ਆਪਣੇ ਹਿਰਦੇ ਵਿੱਚੋਂ ਹਉਮੈ ਨੂੰ ਮਾਰ ਦਿੱਤਾ ਹੈ, ਹਉਮੈ ਨੂੰ ਨਾਸ਼ ਕਰ ਦਿੱਤਾ ਹੈ, ਤੇ ਫਿਰ ਉਹਨਾਂ ਨੇ ਉਸ ਅਕਾਲ ਪੁਰਖ ਦੇ ਮਹਿਲ ਸੱਚਖੰਡ ਨੂੰ ਵੀ ਪ੍ਰਾਪਤ ਕਰ ਲਿਆ। ਨਾਨਕ ਗੁਰਮੁਖ ਮਿਲ ਰਹੇ ਜਪ ਹਰਨਾਮਾ ਉਰ ਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਉਹ ਗੁਰਮੁਖ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲੇ ਰਹਿੰਦੇ ਨੇ। ਜਪ ਹਰਨਾਮਾ ਉਰ ਧਾਰ, ਉਹ ਵਾਹਿਗੁਰੂ ਦੇ ਨਾਮ ਨੂੰ ਹੀ ਰਸਨਾ ਤੋਂ ਜਪਦੇ ਹਨ ਤੇ ਨਾਮ ਨੂੰ ਹੀ ਉਰ ਧਾਰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ।